उपराला किया गया है तुहाडे अपने सिख संगत न्यूज़, विरासत टीवी, आवाज़े कौम, सिख संगत टीवी दे उपराले सदका ऑनलाइन गुरमत समागम शुरू किए गए हैं। जिस तरह कि अजकल गुरुद्वारियां दे विच संगत का इकट्ठ होना पॉसीबल नहीं हैगा आ, सो संगत नूं घरों घरी गुरबाणी दा लाहा देण दे लई एक निमाणा जा उपराला शुरू किया गया। सो अज जिहड़ा समागम हैगा आ ये उस सरबत के भले दे लई जिद्दां कि कहा जाता है कलयुग में कीर्तन प्रधाना गुरमुख जपीए लाए ध्याना। सो एक यह उपराला शुरू किया गया। अज का जिहड़ा गुरमत समागम हैगा आ वो सरबत के भले दे लई हैगा आ। गुरुद्वारा गुरु नानक दरबार ओमैक्स रुद्रपुर वालों अज का यह समागम उलीकिया गया। सो साडे रुद्रपुर के गुरुद्वारा आवास विकास सिंह सभा के साडे बहुत ही मानयोग भाई साहब भाई करमजीत सिंह जी की जिन्हों उत्ते गुरु साहिबां की अपार बख्शिश हैगी है, वो आप जी नूं लगभग 40 कुछ मिनट के लिए गुरमत वख्यान सुना के आप जी नूं निहाल करनगे। सो जुड़े रहो। वाहिगुरु जी का खालसा, वाहिगुरु जी की फतेह। सतनाम वाहिगुरु साहिब जी। हाँ आया दूरों चल के मैं तकी तो शरणाए जियो। मैं आशा रखी चित में मेरा सब दुख गवाए जियो। मैं आशा रखी चित में मेरा सब दुख गवाए जियो। कृपा करो दीन के दाते मेरा गुण अवगुण ना विचारो कोई। माटी का क्या तो पै स्वामी मानस की गत एही। माटी का क्या तो पै स्वामी मानस की गत एही। सतनाम धन वाहिगुरु साहिब जियो। पहली करूप कुजात कुलखणी ससुरे पेय बुरी। अब की स्वरूप सुजान सुलखणी सहजे उदर धरी। भली सरी मुई मेरी पहली बरी। जुग जुग जीवो मेरी अब की तरी। भली सरी मुई मेरी पहली बरी। जुग जुग जीवो मेरी अब की तरी रहा। कहो कबीर जब लहुरी आई बड़ी का सुहाग टर्यो। लहुरी संग भई अब मेरे जेठी और धर्यो। कहो कबीर जब लहुरी आई बड़ी का सुहाग टर्यो। लहुरी संग भई अब मेरे जेठी और धर्यो। परम सन्मान योग चवर छतर तखत दे मालक गरीब नवाज सतगुरु साहिब श्री गुरु ग्रंथ साहिब सच्चे पातशाह जी
ਤਿਨਾਂ ਦੀ ਅਪਾਰ ਬਖਸ਼ਿਸ਼ ਮਿਹਰਮਤ ਦਾ ਸਦਕਾ ਇਹ ਵਿਸ਼ੇਸ਼ ਆਨਲਾਈਨ ਗੁਰਮਤਿ ਸਮਾਗਮ ਦਾ ਉਪਰਾਲਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਓਮੈਕਸ ਰੁਦਰਪੁਰ ਦੀ ਸਰਬੱਤ ਸੰਗਤ ਵੱਲੋਂ ਹੋਇਆ ਹੈ। ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਮਿਹਰ ਦਾ ਸਦਕਾ ਇਸ ਭਿਆਨਕ ਮਹਾਮਾਰੀ ਦੇ ਦੌਰਾਨ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਨਾਲ ਜੋ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ, ਆਓ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਸ ਵਿੱਚ ਹਿੱਸੇਦਾਰੀ ਪਾਉਣੀ ਹੈ ਤਾਂ ਕਿ ਗੁਰੂ ਦੀ ਮਹਾਨ ਵਿਚਾਰਧਾਰਾ, ਗੁਰੂ ਦੇ ਮਹਾਨ ਸੰਕਲਪ ਨੂੰ ਜਦ ਕਿ ਅਸੀਂ ਗੁਰੂ ਘਰ ਆ ਕੇ ਬਹੁਤਾ ਲੰਮਾ ਸਮਾਂ ਸਮਾਗਮਾਂ ਦਾ ਹਿੱਸਾ ਨਹੀਂ ਬਣ ਸਕਦੇ, ਇਕੱਠ ਨੂੰ ਵਰਜਿਆ ਜਾ ਰਿਹਾ ਹੈ। ਇਸ ਸਮੇਂ ਦੌਰਾਨ ਜ਼ਰੂਰਤ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਨੂੰ, ਗੁਰੂ ਸਾਹਿਬ ਜੀ ਦੀ ਵਿਚਾਰ ਨੂੰ ਆਪਣੀ ਜ਼ਹਿਨੀਅਤ ਦਾ, ਸੋਚ ਦਾ ਹਿੱਸਾ ਘਰ ਬੈਠਿਆਂ ਬਣਾਈਏ। ਇਸੇ ਲੜੀ ਦੇ ਸੰਬੰਧ ਵਿੱਚ ਅੱਜ ਸਰਬੱਤ ਦੇ ਭਲੇ ਲਈ ਇਸ ਗੁਰਮਤਿ ਸਮਾਗਮ ਦਾ ਆਗਾਜ਼ ਹੈ। ਸਤਿਗੁਰਾਂ ਦੀ ਅੰਮ੍ਰਿਤ ਗੁਰਬਾਣੀ ਦੇ ਕੀਰਤਨ, ਗੁਰਮਤਿ ਵਿਚਾਰ ਰਾਹੀਂ ਆਓ ਆਪਾਂ ਆਪਣੇ ਆਪੇ ਨੂੰ ਮਹਿਸੂਸ ਕਰਨ ਦਾ ਯਤਨ ਕਰ ਸਕੀਏ। ਸੱਚੇ ਪਾਤਸ਼ਾਹ ਸਾਡੇ ਸਭ ਤੇ ਕਿਰਪਾ ਕਰਨ। ਆਓ ਗੁਰਮਤਿ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਪ ਸਰਬੱਤ ਸੰਗਤ ਜੋ ਵੀ ਇਸ ਸਮਾਗਮ ਵਿੱਚ ਹਿੱਸੇਦਾਰ ਹੋ, ਅਸੀਸ ਬਖਸ਼ਦਿਆਂ ਗੁਰ ਫਤਿਹ ਪ੍ਰਵਾਨ ਕਰੋ ਔਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਫਲਸਫੇ 'ਚ ਸਤਿਗੁਰੂ ਜੀ ਨੇ ਸਾਡੇ ਜੀਵਨ ਦੇ ਬਦਲਾਵ, ਤਬਦੀਲੀ ਤੇ ਜ਼ਿੰਦਗੀ ਨੂੰ ਹਮੇਸ਼ਾ ਸੰਘਰਸ਼ੀ ਬਣਾਉਣ ਦੀ ਤੇ ਇੱਕ ਸੁਚੇਤਪਨ ਵਿੱਚ ਵਿਚਰਨ ਦੀ ਪ੍ਰੇਰਣਾ ਕੀਤੀ ਹੈ। ਜ਼ਰੂਰੀ ਹੈ ਇੱਕ ਇਨਸਾਨੀ ਢਾਂਚੇ 'ਚ ਜਦੋਂ ਵੀ ਅਸੀਂ ਸਫ਼ਰ ਕਰਾਂਗੇ ਤੇ ਸੁਭਾਵਿਕ ਹੈ ਸਾਡੀ ਇਸ ਜ਼ਿੰਦਗੀ 'ਚ ਬਹੁਤ ਸਾਰੀਆਂ ਸਮੱਸਿਆਵਾਂ, ਪਰੇਸ਼ਾਨੀਆਂ, ਪ੍ਰੋਬਲਮਸ ਬਾਰ-ਬਾਰ ਸਾਡੇ ਸਾਹਮਣੇ ਆ ਕੇ ਖੜੀਆਂ ਹੋਣਗੀਆਂ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਫਲਸਫੇ 'ਚ ਸਤਿਗੁਰੂ ਜੀ ਨੇ ਹਰ ਪੱਖ ਤੋਂ ਇਨਸਾਨ ਨੂੰ ਮਜ਼ਬੂਤ ਰਹਿਣ ਦੀ, ਹਰ ਪੱਖ ਤੋਂ ਇਨਸਾਨ ਨੂੰ ਆਪਣੇ ਆਪ ਨੂੰ ਸੰਭਾਲ ਕੇ ਤੁਰਨ ਦੀ ਪ੍ਰੇਰਣਾ ਕੀਤੀ ਹੈ। ਇਸ ਸਮੇਂ ਦੌਰਾਨ ਇਹ ਜ਼ਰੂਰੀ ਹੈ ਇੱਕ ਇਨਸਾਨੀ ਜੀਵਨ ਵਾਸਤੇ ਕਿ ਉਹ ਆਪਣੇ ਆਪ ਨੂੰ ਇੰਨਾ ਕੁ ਮਜ਼ਬੂਤ ਰੱਖੇ, ਇੰਨਾ ਕੁ ਆਪਣੇ ਅੰਦਰ ਪੋਜ਼ਿਟਿਵਿਟੀ ਪੈਦਾ ਕਰੇ ਕਿ ਹਰ ਹਾਲਾਤ ਵਿੱਚ, ਹਰ ਮਾਹੌਲ ਵਿੱਚ, ਹਰ ਸਮੱਸਿਆ 'ਚ ਉਹ ਹਰ ਹਾਲਾਤ ਦੇ ਨਾਲ, ਹਰ ਸਮੇਂ ਦੇ ਨਾਲ ਉਹ ਟਾਕਰਾ ਕਰਨ ਦੀ ਆਪਣੇ ਅੰਦਰ ਸਮਰੱਥਾ ਪੈਦਾ ਕਰੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਸਤਿਗੁਰੂ ਨੇ ਸਭ ਤੋਂ ਵੱਧ ਜ਼ੋਰ ਮਨੁੱਖ ਦੇ ਜੀਵਨ ਦੀ ਮਜ਼ਬੂਤੀ ਦੀ ਸਿਰਜਣਾ ਵਿੱਚ ਇਨਸਾਨ ਦੇ ਮਨ ਤੇ ਦਿੱਤਾ ਹੈ। ਮਨ ਆਚਾਰਾਂ ਤੇ ਵਿਚਾਰਾਂ ਦਾ ਸੰਕਲਪ ਹੈ। ਇਸ ਸੰਕਲਪ ਵਿੱਚ ਸਫ਼ਰ ਕਰਦੇ ਹਾਂ ਇਨਸਾਨ ਨੇ ਮਹਿਸੂਸ ਕਰਨਾ ਹੈ ਕਿ ਉਹ ਆਪਣੇ ਅੰਦਰ ਕੈਸੇ ਖਿਆਲ, ਕੈਸੀ ਸੋਚ, ਕੈਸੀ ਸਮਝ ਨੂੰ ਭਰਦਾ ਹੈ, ਜਿਸ ਸਮਝ ਨਾਲ ਉਹਦਾ ਭਵਿੱਖ ਜਾਂ ਉਹਦਾ ਵਰਤਮਾਨ ਕਿਹੋ ਜਿਹਾ ਚੱਲਦਾ ਹੈ। ਇਹ ਵਿਚਾਰ ਮਨੁੱਖ ਦੇ ਜੀਵਨ ਵਿੱਚ ਅਤ ਲੋੜੀਂਦੀ ਤੇ ਜ਼ਰੂਰੀ ਹੈ। ਐਨਾਲਾਈਸਿਸ ਕਰਨਾ, ਪਰਖਣਾ ਇਨਸਾਨ ਦੀ ਜ਼ਿੰਦਗੀ ਵਾਸਤੇ ਅਤ ਲਾਜ਼ਮੀ ਹੈ। ਗੁਰੂ ਸਾਹਿਬ ਜੀ ਨੇ ਬਾਣੀ 'ਚ ਸਭ ਤੋਂ ਪਹਿਲਾਂ ਇਹ ਸੰਕਲਪ ਸਾਡੀ ਝੋਲੀ 'ਚ ਪਾਇਆ ਵੀ ਇਨਸਾਨ ਇਸ ਸੰਸਾਰ ਦੇ ਹਾਲਾਤ ਨੂੰ ਸਮਝਣ ਦਾ, ਜਾਣਨ ਦਾ, ਪਰਖਣ ਦਾ ਯਤਨ ਕਰੇ ਤੇ ਹਾਲਾਤਾਂ ਮੁਤਾਬਕ ਆਪਣੀ ਜ਼ਿੰਦਗੀ ਨੂੰ ਢਾਲਣ ਦੀ ਉਹਨੂੰ ਆਦਤ ਪਾਉਣੀ ਚਾਹੀਦੀ, ਕਿਉਂਕਿ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਜ਼ਿੰਦਗੀ 'ਚ ਜੇ ਅੱਜ ਦੁੱਖ ਹੈ
ਕੱਲ ਨੂੰ ਸੁੱਖ ਵੀ ਹੋਏਗਾ। ਜੇ ਅੱਜ ਸੁੱਖ ਹੈ ਕੱਲ ਨੂੰ ਦੁੱਖ ਵੀ ਆਉਣਾ ਹੈ। ਹਰ ਹਾਲਾਤ ਵਿੱਚ ਇਨਸਾਨ ਕਿਵੇਂ ਮਜ਼ਬੂਤ ਰਵੇ, ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਣੀ ਤੋਂ ਸਿੱਖਣ ਦੀ ਲੋੜ ਹੈ। ਅਸਲ 'ਚ ਜਦੋਂ ਅਸੀਂ ਸ਼ਬਦ ਨੂੰ ਮਹਿਸੂਸ ਕਰਾਂਗੇ, ਗੁਰੂ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਜ਼ਿਕਰ ਬਾਣੀ 'ਚ ਕੀਤਾ ਤੇ ਬਾਣੀ 'ਚ ਇਹ ਆਸਰਾ ਸਾਡੀ ਜ਼ਿੰਦਗੀ 'ਚ ਸਾਨੂੰ ਦਿੱਤਾ ਇੱਕ ਇਨਸਾਨੀ ਰੂਪ ਹੋਣ ਦੇ ਨਾਤੇ ਕਿ ਭਾਈ ਤੈਨੂੰ ਇੱਕ ਸੂਖਮ ਸਹਾਰੇ ਦੀ ਲੋੜ ਹੈ, ਪੋਜ਼ਿਟਿਵ ਵਿਚਾਰਾਂ ਦੀ ਲੋੜ ਹੈ। ਉਸ ਆਸਰੇ ਤੇ ਉਸ ਸਹਾਰੇ ਦੀ ਜ਼ਰੂਰਤ ਹੈ ਜੋ ਸਦੀਵ ਹੈ, ਜੋ ਜੁਗੋ ਜੁਗ ਅਟਲ ਹੈ, ਜਿਹੜਾ ਕਦੀ ਸਮਾਪਤ ਨਹੀਂ ਹੁੰਦਾ, ਕਦੀ ਮਿਟਦਾ ਨਹੀਂ, ਕਦੀ ਮੁੱਕਦਾ ਨਹੀਂ ਤੇ ਜਿਸ ਦੀ ਹਸਤੀ, ਜਿਸ ਦੀ ਹੋਂਦ ਨੂੰ ਹਮੇਸ਼ਾ ਤੋਂ ਸਵਕਾਰਿਆ ਜਾਂਦਾ ਰਿਹਾ ਹੈ, ਅੱਜ ਵੀ ਜਿਸ ਦੀ ਹਸਤੀ ਸਦ ਬੁਲੰਦ ਤੇ ਸਦੀਵ ਜਾਗਰਤ ਹੈ, ਹਮੇਸ਼ਾ ਰਹੇਗੀ। ਉਸ ਹਸਤੀ ਨੂੰ ਆਪਣੀ ਜ਼ਿੰਦਗੀ 'ਚ ਸਭ ਤੋਂ ਪਹਿਲਾਂ ਥਾਂ ਦੇ। ਇਸੇ ਕਰਕੇ ਬਾਣੀ 'ਚ ਇੱਕ ਅਕਾਲ ਦੇ ਸੰਕਲਪ ਦੀ ਬਾਰ-ਬਾਰ ਗੁਰੂ ਸਾਹਿਬ ਜੀ ਨੇ ਚਰਚਾ ਕੀਤੀ ਹੈ। ਇਸ ਇੱਕ ਅਕਾਲ ਦੇ ਸੰਕਲਪ ਨੂੰ ਜਦੋਂ ਅਸੀਂ ਮਹਿਸੂਸ ਕਰਦੇ ਹਾਂ, ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲੀ ਵਾਰਤਾ 'ਚ ਇਸ ਵਿਚਾਰਧਾਰਾ ਨੂੰ ਸਾਡੇ ਸਨਮੁਖ ਰੱਖਿਆ। ਜਿਹੜੇ ਪਹਿਲੇ ਬਚਨ ਮੇਰੇ ਬਾਬੇ ਨੇ ਜਪਜੀ ਸਾਹਿਬ ਵਿੱਚ ਕਹੇ, ਉਹ ਸ਼ਬਦਾਵਲੀ ਹੈ। ਗੁਰੂ ਸਾਹਿਬ ਕਹਿੰਦੇ ਨੇ, ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਸ ਇੱਕ ਦੀ ਹੋਂਦ ਦੀ ਸੰਸਾਰਕ ਪੇਸ਼ਕਾਰੀ ਵਿੱਚ ਇਹ ਮਨੁੱਖ ਮਹਿਸੂਸ ਕਰੇਗਾ ਕਿ ਉਹ ਪਰਮਾਤਮਾ, ਉਹ ਮਾਲਕ ਜੋ ਹਮੇਸ਼ਾ ਸੁਤੰਤਰ, ਆਜ਼ਾਦ ਤੇ ਬੁਲੰਦ ਹਸਤੀ ਦਾ ਮਾਲਕ ਹੈ, ਉਸ ਨਾਲ ਜੁੜਿਆ, ਉਸ ਨਾਲ ਸਾਂਝ ਬਣਾਇਆ, ਉਸ ਦੀ ਬਣਤਰ ਨੂੰ ਤੇ ਉਸ ਦੀ ਮੌਜੂਦਗੀ ਨੂੰ ਮਹਿਸੂਸ ਕਰਦਿਆਂ ਮੇਰੇ ਅੰਦਰ ਵੀ ਉਸ ਖਿਆਲ ਦੀ ਸਿਰਜਣਾ ਹੋਏਗੀ। ਗੁਰੂ ਸਾਹਿਬ ਜੀ ਨੇ ਬਾਣੀ 'ਚ ਇੱਕ ਬਚਨ ਹੋਰ ਕਿਹਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੇ ਇਨਸਾਨ ਮਜ਼ਬੂਤੀ ਬਣਾਉਣਾ ਚਾਹੁੰਦਾ ਹੈ ਤੇ ਸਭ ਤੋਂ ਪਹਿਲਾਂ ਉਹਨੂੰ ਮਜ਼ਬੂਤ ਆਸਰੇ ਤੇ ਸਹਾਰੇ ਦੀ ਲੋੜ ਹੈ। ਉਹ ਸਹਾਰਾ ਜੋ ਸਦੀਵ ਸਥਿਰ ਰਵੇ, ਜਿਹਨੂੰ ਅਸੀਂ ਬਾਣੀ 'ਚ ਇਸ ਢੰਗ ਨਾਲ ਵੀ ਪੜ੍ਹਦੇ ਹਾਂ, ਜਿਹਨੂੰ ਗੁਰੂ ਅਰਜਨ ਸਾਹਿਬ ਨੇ ਕਿਹਾ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੇ। ਪਰਮਾਤਮਾ ਜੀ, ਤੁਸੀਂ ਮੇਰੇ ਪਹਾੜ ਜਿੱਡੇ ਆਸਰੇ ਹੋ। ਅਸਲ ਵਿੱਚ ਇਨਸਾਨੀ ਜ਼ਿੰਦਗੀ ਦਾ ਜੀਵਨ ਨਿਰਭਰ ਕਰਦਾ ਹੈ ਉਸ ਵੱਲੋਂ ਸਿਰਜੇ ਹੋਏ ਖਿਆਲਾਂ ਤੇ ਅਸਲ 'ਚ ਖਿਆਲ ਉੱਥੇ ਖੜਦੇ ਨੇ ਜਿੱਥੇ ਮਨੁੱਖ ਮਹਿਸੂਸ ਕਰੇ ਵੀ ਮੇਰੀ ਜ਼ਿੰਦਗੀ 'ਚ ਮੇਰੇ ਨਾਲ ਖੜੋਤਾ ਕਿੰਨੀ ਕੁ ਤਾਕਤ ਤੇ ਸਮਰੱਥਾ ਰੱਖਦਾ। ਸੁਭਾਵਿਕ ਤੌਰ ਤੇ ਸੰਸਾਰਕ ਜ਼ਿੰਦਗੀ ਵਿੱਚ ਇੱਕ ਇਨਸਾਨ ਨੂੰ ਮਹਿਸੂਸ ਕਰੋ ਜਿਹਦੀ ਪਹੁੰਚ ਰਾਜ ਦਰਬਾਰ ਵਿੱਚ ਹੈ, ਜਿਹਦੀ ਪਹੁੰਚ ਵੱਡੇ ਸ਼ਹਿਜ਼ਾਦੇ ਨਾਲ ਹੈ, ਜਿਹਦੀ ਗੱਲ ਸਮੇਂ ਦੀ ਤਾਕਤਵਰ ਸਰਕਾਰ ਦੇ ਸਾਹਮਣੇ ਸੁਣੀ ਜਾਂਦੀ ਹੈ। ਉਹ ਕਿਸੇ ਆਮ ਬੰਦੇ ਦੀ ਪਰਵਾਹ ਨਹੀਂ ਕਰਦਾ, ਕਿਸੇ ਛੋਟੇ ਮੋਟੇ ਨੂੰ ਮਹਿਸੂਸ ਨਹੀਂ ਕਰਦਾ। ਉਹਦੀ ਜ਼ਿੰਦਗੀ ਦਾ, ਆਪਣੀ ਜ਼ਿੰਦਗੀ ਵਿੱਚ ਬੇਪਰਵਾਹੀ ਦਾ ਸਫ਼ਰ ਕਰਨ ਦਾ ਮੂਲ ਕਾਰਨ ਹੀ ਇਹ ਹੈ ਕਿ ਉਹ ਇਨਸਾਨ ਉੱਚ ਸ੍ਰਿਸ਼ਟੀ ਤੇ ਉੱਚ ਤਾਕਤ ਨਾਲ ਜੁੜਿਆ ਹੈ, ਜਿਹੜੀ ਸਭ ਤੋਂ ਵੱਡੀ ਤੇ ਸਭ ਤੋਂ ਮਜ਼ਬੂਤ ਹੈ। ਗੁਰੂ ਸਾਹਿਬ ਜੀ ਨੇ ਬੜੀ ਸਪਸ਼ਟਤਾ ਦੇ ਨਾਲ ਗੱਲ ਕੀ। ਸਤਿਗੁਰੂ ਕਹਿੰਦੇ ਨੇ, ਤੂੰ ਮੇਰੋ ਮੇਰ ਪਰਬਤ ਸੁਆਮੀ। ਪਹਿਲੀ ਗੱਲ ਕਿ ਇਨਸਾਨੀ ਜੀਵਨ ਦੇ ਢਾਂਚੇ 'ਚ ਉਸ ਆਸਰੇ ਨੂੰ ਮਨੁੱਖ ਦੇ ਰੂਪ ਵਿੱਚ ਮਹਿਸੂਸ ਕੀਤਾ ਜਾਣਾ ਜਿਹੜਾ ਸਦੀਵ ਹੈ ਤੇ ਹਮੇਸ਼ਾ ਸਥਿਰ ਰਹੇਗਾ। ਗੁਰੂ ਸਾਹਿਬ ਕਹਿੰਦੇ ਨੇ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਪਰਮਾਤਮਾ, ਤੂੰ ਡੋਲਦਾ ਨਹੀਂ, ਸਾਡਾ ਪੱਲਾ ਤੂੰ ਛੱਡਣਾ ਨਹੀਂ, ਅਸੀਂ ਤੁਹਾਡੇ ਆਸਰੇ ਤੇ ਜੀਣ ਵਾਲੇ ਆ। ਇਸ ਕਰਕੇ ਰੱਬ ਜੀ, ਤੁਹਾਡੀ ਮਜ਼ਬੂਤੀ ਤੇ ਤੁਹਾਡੇ ਟਿਕਾ ਸਦਕਾ ਸਾਡਾ ਜੀਵਨ ਵੀ ਟਿਕਿਆ ਹੋਇਆ। ਅਸਲ 'ਚ ਬਾਣੀ ਨੇ ਇਸ ਸਾਰੀ ਵਿਚਾਰਧਾਰਕ ਰੂਪ ਰੇਖਾ ਦਾ ਜੋ ਮੁੱਢ ਬੰਨਿਆ, ਉਹਦੀ ਅਸਲ ਵਾਰਤਾ ਇਹ ਸੀ ਕਿ ਇਨਸਾਨ ਆਪਣੇ ਅੰਦਰ ਇਸ ਖਿਆਲ ਨੂੰ ਜਨਮ ਦੇਵੇ ਕਿ ਉਹਦੇ ਨਾਲ ਕੋਈ ਐਸੀ ਤਾਕਤ ਜ਼ਰੂਰ ਖਲੋਤੀ ਹੈ ਜੋ ਸੂਖਮ ਰੂਪ ਵਿੱਚ ਹੈ, ਜੋ ਉਹਨੂੰ ਮੌਕੇ ਦਿੰਦੀ ਹੈ, ਜੋ ਉਹਨੂੰ ਸਹਾਰਾ ਤੇ ਆਸਰਾ ਬਖਸ਼ਦੀ ਹੈ ਤੇ ਐਸਾ ਆਸਰਾ ਤੇ ਸਹਾਰਾ ਦਿੰਦੀ ਹੈ ਜੋ ਹਮੇਸ਼ਾ ਸਦੀਵ ਕਾਲ ਮਨੁੱਖ ਦੇ ਨਾਲ ਖੜਦਾ ਹੈ। ਇਤਿਹਾਸ ਜਦੋਂ ਅਸੀਂ ਪੜ੍ਹਦੇ ਹਾਂ, ਤਵਾਰੀਖ ਦੇ ਹਰ ਪੰਨੇ ਨੂੰ ਜਦੋਂ ਵੀ ਅਸੀਂ ਵੇਖਾਂਗੇ, ਵੈਸੇ ਭਾਈ ਵੀਰ ਸਿੰਘ ਨੇ ਚੰਦ ਸਤਰਾਂ ਬੜੇ ਕਮਾਲ ਦੀਆਂ ਕਹੀਆਂ। ਉਹ ਕਹਿੰਦੇ ਨੇ, ਕਦੀ ਵੀ ਆਪਣੇ ਆਪੇ ਨੂੰ ਮਹਿਸੂਸ ਕਰਨ ਲੱਗਿਆ ਇਸ ਗੱਲ ਨੂੰ ਜ਼ਰੂਰ ਸਮਝੀ ਕਿ ਤੇਰੀ ਜ਼ਿੰਦਗੀ 'ਚ ਤੇਰੇ ਨਾਲ ਕੌਣ ਖਲੋਤਾ ਹੈ। ਕਿਉਂਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਗੁਰੂ ਸਾਹਿਬ ਜੀ ਨੇ ਕਿਹਾ, ਤੂੰ ਮੇਰੋ ਮੇਰ
पर्वत स्वामी ओट गही मैं तेरी। दूसरे पासे गुरु अर्जन साहब कहते ने जां तू मेरे वल है तां क्या मोशंदा, तुद सब कुछ मैनू सौंपिया जां तेरा बंदा। लक्ष्मी टोट ना आवे खाए खर्च रहंदा। ये एक ऐसा औरा है बाणी दा शब्द दा जिथे मनुख दे जीवन विच कदी इकल्लापन महसूस नहीं हो सकता। ते यही स्पष्टता है अज दे दौर विच जदों लोकां नूं घरे बहण वास्ते मजबूर होना पिया, लोकां दे व्यापार बिजनेस सब कुछ अपनी थां ते खड़ गया, बहुतात दुनिया डिप्रेशन का शिकार होने की कगार ते बैठी है। यह सुभाविक है क्योंकि आने वाले समय च जदों व्यापार की दुनिया च वड्डे घाटियां का सामना इंसान नूं करना पेगा ते किते ना किते साइकी दे तौर ते ओदा असर इंसानी दिमाग ते हुंदा है। पर धर्म शब्द बाणी एक पॉजिटिविटी ऐसी दिंदी है जिस राही मनुख अपने अंदर इस गल नूं समझ सकता है भी भाई बेफिक्री च सफर कर, क्योंकि असल च जिन्ने तेनू पैदा किया है उन्होंने तेरी चिंता है। अज इस कायनात विच तेरे लिए थोड़ा जिहा समा औखा ते भयानक है, कल नूं ये औखा समा भी कटिया जाएगा। इहदी शब्दावली उसे रूप च गुरु साहब जी ने इसे करके क्या, नानक चिंता मत करो चिंता तिस ही है, जल में जंत उपायन तिना पी रोजी दे। उथे हट ना चलसी ना को किरस करे, असल विच जिन्ने पैदा कीता है रिज़क दाते ने साडी जिंदगी च सानू रिज़क दिता है ते उस रिज़क दाते दी हमेशा होंद नूं अपनी जिंदगी च स्वीकार के तुरना अत जरूरी ते लाजमी है। इतिहास पढ़दे असल विच तवारीख ने सब तो विलक्षण गल ये कीती है कि साडे उन्हां महान सूरमिया योद्धियां ने अपनी जिंदगी अंदर अपने आप नूं स्वै रूप च समझिया, महसूस किया, जानिया, अपने अंदर निर्भयता निडरता इन्हां चीजां नूं जन्म दिता। रब जी नूं गाउंदे गाउंदे उस एक परमात्मा दा ऐसा रूप बन गए कि हर हालात ते हर भैड़े ते औखे समय च उन्हां ने अपनी जिंदगी च एक दा सरबत दे भले वास्ते गुजारिशां कीतियां, क्योंकि बाणी दा एम सी जां तू मेरा वल है तां क्या मोशंदा। बाणी दा एम सी परमात्मा दी बनाई हुई इस समुची कायनात दे हर जीव दा उन्हूं फिक्र है, इस करके वो गुजारिशां भी करदे। ओदी अर्ज ओदी बेनती इस रूप च है कि ऐ परिपूर्ण परमात्मा जगत जलंदा रख ले, अपनी कृपा धार जित द्वारा उबरै तितै लिहो उबार। सतगुर सुख विखालिया सच्चा शब्द विचार, नानक अवर न सिजई हर बिन बख्शनहार। ओदा टीचा एक, मकसद एक, सिद्धांत एक दे आसरे ते खलोता बेपरवाही च जिउंदा है, क्योंकि बाणी दा वचन उस इंसान दे अंदर दी सिरजना नूं बार-बार टुंबदे ते कहंदा असल च रब दा प्यारा बन के परमात्मा दा भगत बन के ओदी बनाई हुई कायनात दे नाल स्नेह ते प्यार करके सफर करेगा। तेरे अंदर दी पॉजिटिविटी, तेरे अंदर दे चंगे ख्याल, हमेशा चंगा जीवन जीवन दी चाहत रख के सफर करने वाली सोच तेनू अगाह लेके जाएगी। गुरु साहब ने इसे करके साडे सामने ये बार बार सिद्धांतक तौर ते सानू चेतावनी दिती है ते नेचर दा कुदरत दा रूल खोल के सानू समझाया। भाई वीर सिंह कहंदे ने चाहिदा है एक इंसानी जीवन दी रूपरेखा च वो अपने आप नूं इस कदर महसूस करे कि ओदी जिंदगी दा टीचा मकसद गुरु अर्जन साहब ने जिवें कहा भी पहाड़ जिड्डा होवे, क्योंकि आसरा वड्डा है, सहारा वड्डा है, ते उस वड्डे सहारे नाल वड्डे इंसान दी जिंदगी दा रूप भी वड्डा हो जाता है। ते ये एक स्पष्टता है, इनू हर मनुख अपनी जिंदगी च महसूस करे। भाई वीर सिंह दी बड़ी कमाल दी कथनावली है। उन्हें शब्द क्या, उच्चा उठ जिमी तो प्यारे तेनू खंभ रब ने लाए, ओ क्यों डिरे गोडियां परने जो उड आसमानी जाए। उच्ची नजर ते कीमत उच्ची दाइया उच्चा रखी, अर्शी तान होवे जिदे पल्ले ओ क्यों भुंजे जाए। तू तां आसमानी उडारी मारन वाला है,
सिख वास्ते तां ताकीद है तू सचखंड दा वासी बनना है, जिउंदियां जी अपने आप नूं मुक्त करना है। ते ओ मुक्ति दी अवस्था जिहड़ी है जिन्हों गुरु साहब जी ने आप मुक्त अवरा मुक्त करावे जां प्रभ की आग्या आत्म हितावे जीवन मुक्त सो कहावे दी बोली च दित्ती है। असल च ओ अवस्था ओ है जिथे इंसान अपने आपे नूं महसूस करके ए होंद अपने अंदर कायम करदा है कि ए परमात्मा मालिक जी तू मेरे नाल है, मैनू होर किसी चीज दी किसी ताकत दी परवाह कोई नहीं। ये रब्बी प्यार च सफर करने वालियां दी सिरजना है। पर इह सिरजना हुंदी कित्थों है? इतिहास विचों देखिए। गुरु साहिब दे समय गुरु अर्जन देव सच्चे पातशाह जी तत्ती तवी ते बैठे, वक्त दी हर ताकत ने उन्हां दे मकसद तो दूर करने वास्ते यतन कीता, हर तरीका ते हीला वरतिया। पर एक शायर ने बड़े सोहने कमाल दे लफ्ज कहे, वो कहंदा जिहड़ा इंसान ते गुरु अर्जन साहब जिन्हां बारे भट्ट साहबान ने कहा कि धरन गगन नवखंड में जोत स्वरूपी रहे हो भर भन मथुरा कछ भेद नहीं गुर अर्जन प्रतख हर। जिन्हां बारे शब्दावली खुल के बोली गई कि परमात्मा मालिक दा तुसी रूप हो, तै जन्मत गुरमत ब्रह्म पछाणे। ये शब्द भट्ट साहबाना ने वरते, पर वो एक तस्वीर दुनिया के सामने पेश करते। हालात जिद्दां दे मर्जी हो, अंदर दी पवित्रता नूं बहाल वही रखदा है जिहड़ा एक दी होंद नूं हमेशा अपनी जिंदगी च कायम रखदा है। वो हमेशा हर ख्याल विच भले दी सोचदा है, चंगे दी सोचदा है। पवित्रता उहदे जीवन विच पल पल झलकदी है ते वो झलकारा उस वक्त ही सिरमौर ते श्रेष्ठ हुंदा है जदों अपने आप विच रब्बी प्यार विच सफर करने वाला मनुख अपने आप नूं रब दा रूप बना लैंदा। बाबा कबीर साहब ने सिंघासन दा जिक्र कीता, उन्हां दी शब्दावली है, अब तो जाए चढ़े सिंघासन मिले हैं सारंग पानी राम कबीरा, एक भय है को न सके पहचान। हे परमात्मा जी हुण ते पहचान ही कोई नहीं। रब जी तुहाडी पहचान मेरी पहचान तुहाडी पहचान। असल विच ये गल बड़ी स्पष्टता नाल बाबा कबीर साहब ने भी कही, वो खोल के विचार दिंदे ने भी परमात्मा तेनू मेरे करके जानिया जांदा है, मैनू तुहाडे करके जानिया जांदा है। ना मैं तुहाडे तो वखरा हां ना तुसी मेरे तो वखरे। ते ये सांझ उदों इंसान दे जीवन विच पैदा हुंदी है जदों उस करते दी बनाई हुई कुदरत विच उस करते नूं रमिया होया समझ के हमेशा उस अगे गुजारिश बेनती करदा होया अपने आपे नूं जगाउंदा इस जीवन विच सफर करदा। गुरु साहिब जी ने इतिहास विच ओ पूरने पाए, समय दी ताकत समर्था, समय दी हर मजबूत शक्ति सामने खलो के कहती है तुहाडी होंद नूं खत्म कर देवांगे। गुरु अर्जन साहब दा ललकार है, ये होंद साडी नहीं, ये होंद असी खुद नहीं बनाई, ये होंद साडी अपने आप तो पैदा नहीं हुई, ये होंद तां उस करते परमात्मा दी बख्शिश है ते सच है। गुरु साहब जी ने बाणी च इस गल नूं बार-बार दोहराया है। इस बारे शब्द क्या तेरी बख्श ना मेटे कोई, सतगुर का दिलासा। इस बख्शिश नूं कदी खत्म नहीं कीता जा सकदा, इस नूं मिटाया नहीं जा सकदा। ये कदी किसी मनुख दे चंद लफ्जां ते चंद ताकत दे नाल समाप्त नहीं हुंदी। शरीर है, वक्त दी ताकत ने जोर लाया, शरीर मिट गया, समाप्त हो गया, पर उस अवस्था नूं उस शिखरता नूं हमेशा तो गाया जांदा रहा, गाया जांदा रहेगा। आउण वाली दुनिया ते अज दा समा महसूस करदा है उस औखे समय च सच्चे पातशाह अपने सिद्धांत प्रणाली च किवें मजबूत ते कायम रहे। एक शायर ने शब्द बड़े कमाल दे कहे, उथे गुरु अर्जन साहब जी दे सिद्धांत नूं देखो, एक दी होंद दी बरकरारी देखो, एक दी मौजूदगी दा एहसास देखो। अव्वल अल्लाह नूर उपाया कुदरत के सब बंदे दा पाठ पढ़न वाले ते पढ़ाण वाले उन्हां रब दे प्यारे भगत जनां दी जीवन शैली दा एक वखरा अंदाजन अलग रूप नजर आया ते दुनिया ने महसूस किया भी हाँ एक ऐसी शख्सियत जिहड़ी कदी लाहौर दी धरती ते बेसहारे जिन्हां नूं वक्त दी हुकूमत ने बिल्कुल नकारे करके सिड़ दिता। भी आम तौर ते सरकारां दे फर्ज हुंदे ने प्रजा जदों दुखी होवे, जदों भयानक बीमारी फैली, काल पिया, लोकां दे घर खाण नूं अन्न नहीं, दाना नहीं, कुछ नहीं है,
ਹਾਲਾਤ ਵੱਧ ਤੋਂ ਬਦਤਰ ਨੇ। ਭਿਆਨਕ ਬਿਮਾਰੀ ਦੇ ਨਾਲ ਲੋਕ ਮਰ ਰਹੇ ਨੇ। ਲਾਹੌਰ ਦੀ ਧਰਤੀ ਤੇ ਇੱਕ ਮਸੀਹਾ ਐਸੀ ਪੇਸ਼ਕਾਰੀ ਕਰਦਾ ਹੈ, ਭੁੱਖੇ ਦੇ ਮੂੰਹ 'ਚ ਬੁਰਕੀ ਪਾਉਂਦਾ ਹੈ। ਜਿਨ੍ਹਾਂ ਲਾਸ਼ਾਂ ਨੂੰ ਆਪਣੇ ਲੋਕ ਦਰਕਾਰ ਕੇ ਚਲੇ ਗਏ ਵੀ ਅਸੀਂ ਨਹੀਂ ਇਹਨਾਂ ਦਾ ਸੰਸਕਾਰ ਕਰ ਸਕਦੇ, ਉਹਨਾਂ ਨੂੰ ਗੁਰੂ ਅਰਜਨ ਸਾਹਿਬ ਆਪਣੇ ਮੋਢਿਆਂ ਤੇ ਚੁੱਕ ਚੁੱਕ ਕੇ ਸੰਸਕਾਰ ਕਰਾਉਂਦੇ। ਸਾਂਭ ਸੰਭਾਲ ਹੋ ਰਹੀ ਹੈ, ਕਿਉਂਕਿ ਅਸਲ ਵਿੱਚ ਬਾਬੇ ਨਾਨਕ ਦਾ ਮੰਤਵ ਹਮੇਸ਼ਾ ਤੋਂ ਇਹ ਰਿਹਾ ਕਿ ਜਿਸ ਇਨਸਾਨ ਦੇ ਅੰਦਰ ਇੱਕ ਦੀ ਹੋਂਦ ਬਰਕਰਾਰ ਹੋਗੀ ਤੇ ਇੱਕ ਦਾ ਸਹਾਰਾ ਜਿਸ ਮਨੁੱਖ ਦੇ ਜੀਵਨ ਦਾ ਹਿੱਸਾ ਬਣ ਗਿਆ, ਉਹਦੀ ਸਿਖਰਤਾ ਬੜੀ ਬੁਲੰਦੀ ਵਾਲੀ ਹੁੰਦੀ ਹੈ। ਉਹ ਆਪਣੇ ਇਸ ਢਾਂਚੇ ਨੂੰ ਦੁਨੀਆ ਦੇ ਸਾਹਮਣੇ ਰੱਬ ਜੀ ਦੀ, ਪਰਮਾਤਮਾ ਜੀ ਦੀ ਬਖਸ਼ਿਸ਼ ਦੇ ਨਾਲ ਪੇਸ਼ ਕਰਦਾ। ਤੇ ਸਭ ਤੋਂ ਵੱਡੀ ਗੱਲ ਇਹ ਹੈ, ਸਭ ਕੁਝ ਕਰਨ ਦੇ ਬਾਵਜੂਦ ਵੀ, ਸਭ ਕੁਝ ਕਰਨ ਦੇ ਸੰਸਾਰਕ ਢਾਂਚੇ ਨੂੰ ਸਮਝਣ ਦੇ ਬਾਵਜੂਦ ਵੀ, ਆਪਣੇ ਹੱਥੀਂ ਮਿਹਨਤ ਕਰਨ ਦੇ ਬਾਵਜੂਦ ਵੀ ਉਹਦੀ ਜ਼ਿੰਦਗੀ ਦਾ ਇੱਕ ਰੂਪ, ਇੱਕ ਰੰਗ ਢੰਗ ਇਹ ਵੀ ਹੁੰਦਾ ਹੈ ਜਿਹਨੂੰ ਬਾਣੀ ਨੇ ਆਪਣੇ ਸ਼ਬਦਾਂ 'ਚ ਪੇਸ਼ ਕਰਕੇ ਕਿਹਾ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਉਹ ਸਾਂਝ ਇੱਕ ਵੱਖਰੇ ਤਰੀਕੇ ਦੀ, ਵੱਖਰੇ ਢੰਗ ਦੀ ਤੇ ਵੱਖਰੇ ਨਜ਼ਰੀਏ ਤੋਂ ਪਨਪਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਫਲਸਫੇ 'ਚ ਇੱਕ ਦੀ ਹੋਂਦ ਨੂੰ ਸਵਕਾਰਨ ਵਾਲੇ ਉਸ ਪਿਆਰੇ ਨੂੰ ਮਹਿਸੂਸ ਕਰਕੇ ਦੇਖੀਏ, ਜਿਹੜਾ ਤੱਤੀ ਤਵੀ ਤੇ ਬਹਿ ਕੇ ਵੀ ਇਹ ਗੱਲ ਕਹਿੰਦਾ ਹੈ, ਸਾਡੇ ਦਿਲਾਂ ਨੂੰ ਪਿਆਰ ਦੀ ਪੌਂਦ ਲਾ ਕੇ ਬੂਟਾ ਲਾਇਆ ਹੈ ਸੱਚੇ ਮਾਲੀਆਂ ਨੇ, ਅੰਮ੍ਰਿਤ ਪਾ ਕੇ ਅੰਮ੍ਰਿਤ ਸਰ ਵਿੱਚੋਂ ਉਸ ਨੂੰ ਸਿੰਚਿਆ ਜਗ ਦੇ ਵਾਲੀਆਂ ਨੇ, ਉਸ ਨੂੰ ਇਤਨਾ ਸੇਵਾ ਦਾ ਬੂਰ ਲੱਗਾ, ਚੁੱਕੀਆਂ ਨਿਮਰਤਾ ਨਾਲ ਸਭ ਡਾਲੀਆਂ ਨੇ, ਐ ਪਰ ਕਿਸੇ ਸ਼ਹੀਦ ਦੇ ਖੂਨ ਬਾਝੋਂ ਆਈਆਂ ਫੁੱਲਾਂ 'ਚ ਅਜੇ ਨਾ ਲਾਲੀਆਂ ਨੇ, ਉਸ ਦੀ ਜੜ 'ਚ ਪਿਆਰੇ ਰੱਤ ਹੈ ਆਪਣੀ ਚੋ ਦਿੱਤੀ, ਜਿਹੜਾ ਵੱਡੇਗਾ ਉਸ ਨੂੰ ਵੀ ਮਹਿਕ ਦੇਸੀ ਚੰਦਨ ਵਾਗ ਹੈ ਭਰ ਖੁਸ਼ਬੂ ਦਿੱਤੀ। ਉਹ ਮਜ਼ਬੂਤੀ ਤੇ ਉਹ ਸਿਖਰਤਾ ਵਾਲਾ ਆਲਮ ਜਦੋਂ ਵੀ ਕੋਈ ਮਹਿਸੂਸ ਕਰੇਗਾ, ਸੁਭਾਵਕ ਹੈ ਉਹਦੇ ਅੰਦਰ ਇਹ ਖਿਆਲ, ਇਹ ਪਵਿੱਤਰਤਾ ਤੇ ਇਹ ਮਹਾਨ ਵਿਚਾਰਧਾਰਾ ਦੀ ਸਿਰਜਣਾ ਹੋਏਗੀ। ਉਹ ਰੱਬ ਜੀ ਦੀ ਹੋਂਦ ਨੂੰ ਇਸ ਸੰਸਾਰ ਵਿੱਚ ਮਹਿਸੂਸ ਕਰੇਗਾ। ਸਾਡੇ ਇਤਿਹਾਸ ਦੀ ਇਹੀ ਵਿਲੱਖਣਤਾ ਹੈ। ਵਕਤ ਦੀ ਤਾਕਤ ਕਹਿੰਦੀ ਹੈ ਸਿੱਖੀ ਮਿਟਾ ਦਿੱਤੀ ਜਾਏਗੀ। ਭਾਈ ਤਾਰੂ ਸਿੰਘ ਵਰਗਾ ਆਪਣੇ ਤਨ ਤੇ ਪਿੰਡੇ ਤੇ ਬਹੁਤ ਸਾਰੇ ਜ਼ੁਲਮ ਸਹਾਰਦਾ ਹੋਇਆ, ਦੁੱਖ ਪੀੜਾ ਤਕਲੀਫ ਸਹਿੰਦਾ ਹੋਇਆ, ਆਪਣੀ ਜ਼ਿੰਦਗੀ 'ਚ ਬਾਰ-ਬਾਰ ਪੇਸ਼ ਕਰਦਾ ਹੈ ਵੀ ਇੱਕ ਦੀ ਹੋਂਦ ਤੇ ਇੱਕ ਦੀ ਮਹਾਨ ਵਿਚਾਰਧਾਰਾ ਨੂੰ ਅਸੀਂ ਆਪਣੀ ਜ਼ਿੰਦਗੀ 'ਚ ਸਵਕਾਰਿਆ ਹੈ। ਸੱਚ ਹੈ, ਜਦੋਂ ਤੱਕ ਉਹ ਇੱਕ ਕਾਇਮ ਹੈ, ਉਸ ਦੀ ਵਿਚਾਰਧਾਰਾ ਤੇ ਉਸ ਦੇ ਫਲਸਫੇ ਹਰ ਇਨਸਾਨ ਦੇ ਵਿੱਚ ਕਾਇਮ ਰਹਿਣਗੇ। ਗੁਰੂ ਸਾਹਿਬ ਜੀ ਨੇ ਇਸ ਢਾਂਚੇ ਨੂੰ, ਇਸ ਬੋਲੀ ਨੂੰ ਸਾਡੇ ਸਨਮੁਖ ਰੱਖਦੇ ਆ, ਉਹ ਫਲਸਫਾ ਸਾਡੇ ਸਾਹਮਣੇ ਰੱਖਿਆ ਹੈ। ਅੱਜ ਦੇ ਜੋ ਸ਼ਬਦ ਨੂੰ ਮੰਗਲਾ ਚਰਨ ਵਿੱਚ ਤੁਸੀਂ ਸਰਵਣ ਕੀਤਾ, ਉਹਦੀ ਸਿਰਜਣਾ ਦਾ ਰੂਪ ਵੀ ਇਹੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ 'ਚ ਭਗਤ ਕਬੀਰ ਸਾਹਿਬ ਜੀ ਨੇ ਉਸ ਢਾਂਚੇ ਨੂੰ ਸਾਡੇ ਸਾਹਮਣੇ ਰੱਖਦੇ ਇੱਕ ਗੱਲ ਕਹੀ ਹੈ ਕਿ ਇਨਸਾਨ ਦੇ ਅੰਦਰ ਖਿਆਲਾਂ ਦੀ ਤਬਦੀਲੀ ਹੋਣੀ ਜ਼ਰੂਰੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਕਈ ਥਾਵਾਂ ਤੇ ਕੁਝ ਚੀਜ਼ਾਂ ਐਸੀਆਂ ਵਰਤੀਆਂ ਗਈਆਂ ਜਿੱਥੇ ਅਸੀਂ ਮਹਿਸੂਸ ਕਰਾਂਗੇ ਸਤਿਗੁਰੂ ਨੇ ਇੱਕ ਸ਼ਬਦ ਵਰਤਿਆ, 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੇ। 70 ਕਾ ਮਤਹੀਣ ਦਾ ਅਰਥ ਇਹ ਹੈ ਕਿ ਇਨਸਾਨੀ ਸ਼ਬਦਾਵਲੀ 'ਚ, ਇਨਸਾਨੀ ਰੂਪ ਰੇਖਾ 'ਚ ਜਦੋਂ ਮਨੁੱਖ ਵਿਚਾਰਾਂ ਕਰਕੇ ਖੜ ਜਾਂਦਾ ਹੈ, ਨਵੀਨੀਕਰਨ ਜੀਵਨ ਵਿੱਚ ਨਹੀਂ ਆਉਂਦਾ, ਉਦੋਂ ਇਨਸਾਨ ਆਪਣੀ ਜ਼ਿੰਦਗੀ 'ਚ ਤਬਦੀਲ ਨਹੀਂ ਹੋ ਸਕਦਾ। ਇਹ ਜ਼ਰੂਰੀ ਹੈ ਮਨੁੱਖ ਦੇ ਜੀਵਨ ਵਿੱਚ ਨਿਤਾ ਪ੍ਰਤੀ ਨਵੀਆਂ ਤੋਂ ਨਵੀਆਂ ਵਿਚਾਰਾਂ ਤੇ ਨਵੇਂ ਤੋਂ ਨਵੇਂ ਖਿਆਲਾਂ ਦੀ ਸਿਰਜਣਾ ਹੋਣੀ ਚਾਹੀਦੀ। ਇਹ ਅਤ ਲਾਜ਼ਮੀ ਹੈ, ਅਤ ਜ਼ਰੂਰੀ ਹੈ। ਤੇ ਨਵੇਂ ਤੋਂ ਨਵੇਂ ਖਿਆਲਾਂ ਦੀ ਸਿਰਜਣਾ ਤਾਂ ਹੀ ਹੋਏਗੀ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦਾਂ ਵਿੱਚ ਸੱਤੀ ਪਹਿਰੀ ਸੱਤ ਭਲਾ, ਬਹੀਏ ਪੜਿਆ ਪਾਸ, ਸਿਆਣੇ ਚੰਗੇ ਦਾਨਸ਼ਮੰਦ ਲੋਕਾਂ ਦੇ ਕੋਲ ਇਨਸਾਨ ਆਪਣੀ ਜੀਵਨੀ ਵਿੱਚ ਬਹਿਣ ਦੀ ਆਦਤ ਪਾਏਗਾ। ਸਿਆਣਪ ਨਾਲ ਭਰਪੂਰ ਮਨੁੱਖ ਆਪਣੇ ਜੀਵਨ ਵਿੱਚ ਰੱਬ ਜੀ ਦੀ ਵਿਚਾਰਧਾਰਾ ਨੂੰ ਰੱਬ ਦੇ ਪਿਆਰੇ ਭਗਤ ਜਨਾਂ ਕੋਲੋਂ ਸਮਝੇਗਾ ਤੇ ਮਹਿਸੂਸ ਕਰੇਗਾ। ਗੁਰੂ ਸਾਹਿਬ ਜੀ ਨੇ ਇਸੇ ਕਰਕੇ ਜ਼ਰੂਰੀ ਕਿਹਾ, ਪਰਮਾਤਮਾ ਵੀ ਨਿਤ ਨਵਾਂ ਹੈ, ਨਿਤ ਨਵੇਂ ਰੂਪ ਵਿੱਚ ਹੈ, ਨਿਤ ਨਵੇਂ ਰੰਗ ਢੰਗ ਦਾ ਹੈ।
ਨਿਤ ਨਵੀਂ ਸਮਰੱਥਾ ਤੇ ਤਾਕਤ ਦਾ ਮਾਲਕ ਹੈ। ਨਿਤ ਨਵਾਂ ਰੂਪ ਰੱਬ ਜੀ ਦਾ ਦੁਨੀਆ ਦੇ ਸਾਹਮਣੇ ਨਵੀਂ ਕੁਦਰਤ ਦੀ ਸਿਰਜਣਾ ਦੇ ਰੂਪ ਵਿੱਚ ਆਉਂਦਾ ਹੈ। ਨਵੇਂ ਖਿਆਲਾਂ ਦੀ ਸਿਰਜਣਾ ਹੋਣੀ ਜ਼ਰੂਰੀ ਇਨਸਾਨ ਦੀ ਜ਼ਿੰਦਗੀ 'ਚ ਅਤ ਲਾਜ਼ਮੀ ਹੈ, ਕਿਉਂਕਿ ਜੇ ਇਨਸਾਨ ਆਪਣੇ ਆਪ 'ਚ ਨਵੇਂ ਖਿਆਲਾਂ ਦੀ ਸਿਰਜਣਾ ਨਹੀਂ ਕਰ ਪਾਏਗਾ, ਗੁਰੂ ਸਾਹਿਬ ਜੀ ਨੇ ਖੜੇ ਹੋਏ ਖਿਆਲਾਂ ਨੂੰ ਆਪਣੀ ਜ਼ਿੰਦਗੀ 'ਚ ਕਦੇ ਵੀ ਬਦਲਾਵ ਦਾ ਰੂਪ ਰੰਗ ਢੰਗ ਨਹੀਂ ਪੇਸ਼ ਕੀਤਾ। ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਇਹ ਖਿਆਲ ਸਾਡੇ ਸਾਹਮਣੇ ਰੱਖਦੇ ਨੇ ਕਿ ਮਹਿਸੂਸ ਕਰ, ਆਪਣੇ ਅੰਦਰ ਉਸ ਸੋਚ ਨੂੰ ਲੈ ਕੇ ਆ ਜਿਹੜੀ ਸੋਚ ਤੇਰੇ ਕਿਰਦਾਰ ਨੂੰ, ਤੇਰੀ ਵਿਚਾਰ ਨੂੰ ਮਜ਼ਬੂਤ ਬਣਾਵੇ, ਜਿਹੜੀ ਸੋਚ ਤੇਰੇ ਅੰਦਰ ਪਵਿੱਤਰਤਾ ਲੈ ਕੇ ਆਵੇ, ਜਿਹੜੀ ਸੋਚ ਤੇਰੇ ਅੰਦਰ ਪਿਆਰ ਤੇ ਸਤਿਕਾਰ ਨੂੰ ਜਨਮ ਦੇਵੇ, ਜਿਸ ਸੋਚ ਨਾਲ ਦਇਆ, ਜਿਸ ਸੋਚ ਨਾਲ ਸੰਤੋਖ, ਜਿਸ ਵਿਚਾਰ ਨਾਲ ਸਮਝ ਆ ਕੇ ਜੀਵਨ ਵਿੱਚ ਟਿਕੇ। ਤੇ ਬਾਬਾ ਕਬੀਰ ਸਾਹਿਬ ਜੀ ਨੇ ਕਿਹਾ, ਚੰਗਾ ਹੋਇਆ ਮੇਰੇ ਜੀਵਨ ਵਿੱਚ ਦੋ ਵਿਚਾਰਾਂ ਦਾ ਟਕਰਾਵ ਸੀ। ਇੱਕ ਵਿਚਾਰ ਉਹ ਜਿਹੜੀ ਪਵਿੱਤਰ ਕਰਦੀ ਸੀ, ਇੱਕ ਵਿਚਾਰ ਉਹ ਜਿਹੜੀ ਮੇਰੇ ਜੀਵਨ ਨੂੰ ਅਪਵਿੱਤਰ ਕਰਦੀ ਸੀ। ਕਹਿਣ ਤੋਂ ਭਾਵ ਇੱਕ ਬਿਰਤੀ ਉਹ ਜਿਹੜੀ ਮਨ ਨੂੰ ਕਮਜ਼ੋਰ ਕਰਦੀ ਸੀ, ਇੱਕ ਬਿਰਤੀ ਉਹ ਜਿਹੜੀ ਮਜ਼ਬੂਤ ਕਰਦੀ ਸੀ। ਇੱਕ ਖਿਆਲ ਉਹ ਜਿਹੜਾ ਮੇਰੇ ਜੀਵਨ ਨੂੰ ਹਮੇਸ਼ਾ ਕਮਜ਼ੋਰ ਕਰਕੇ ਤੇ ਭੈੜੇ ਪਾਸੇ ਤੋਰਦਾ ਸੀ, ਇੱਕ ਖਿਆਲ ਉਹ ਜਿਹੜਾ ਮੈਨੂੰ ਚੰਗਾ ਬਣਾਉਂਦਾ ਸੀ। ਹੁਣ ਬਾਬਾ ਕਬੀਰ ਸਾਹਿਬ ਵਾਂਗੂ ਇਹ ਇਨਸਾਨ ਨੂੰ ਸੋਚਣਾ ਸਮਝਣਾ ਅਤ ਜ਼ਰੂਰੀ ਹੈ ਕਿ ਉਹ ਕਿਹੜੇ ਖਿਆਲ ਨੂੰ ਗ੍ਰਹਿਣ ਕਰਨਾ ਚਾਹੁੰਦਾ ਹੈ, ਕਿਹੜੀ ਸੋਚ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੁੰਦਾ ਹੈ, ਕਿਸ ਵਿਚਾਰਧਾਰਾ ਦਾ ਉਹ ਆਪਣੀ ਜ਼ਿੰਦਗੀ 'ਚ ਪਾਂਧੀ ਬਣਨਾ ਚਾਹੁੰਦਾ ਹੈ, ਕਿਸ ਖਿਆਲ ਨੂੰ ਆਪਣੇ ਅੰਦਰ ਲੈ ਕੇ ਆਉਣਾ ਚਾਹੁੰਦਾ ਹੈ ਤੇ ਕਿਸ ਸੋਚ ਰਾਹੀਂ ਉਹ ਸਫ਼ਰ ਕਰਨਾ ਚਾਹੁੰਦਾ ਹੈ। ਕਿਉਂਕਿ ਇਸ ਦੁਨੀਆ ਵਿੱਚ ਅੰਮ੍ਰਿਤ ਤੇ ਜ਼ਹਿਰ ਦੋਨੋਂ ਇੱਕ ਸਮਾਨ ਤਾਕਤ ਸਮਰੱਥਾ ਰੱਖਦੇ ਨੇ, ਦੋਨਾਂ ਦੀ ਇੱਕ ਸਮਾਨ ਪਾਵਰ ਹੈ। ਜਦੋਂ ਇਨਸਾਨ ਅੰਮ੍ਰਿਤ ਗ੍ਰਹਿਣ ਕਰੇਗਾ ਉਹਨੇ ਆਪਣਾ ਕੰਮ ਕਰਨਾ ਹੈ, ਜਦੋਂ ਜ਼ਹਿਰ ਗ੍ਰਹਿਣ ਕਰੇਗਾ ਉਹਨੇ ਆਪਣਾ ਕੰਮ ਕਰਨਾ ਹੈ। ਰਾਹ ਦੋਵੇਂ ਇਨਸਾਨ ਦੇ ਸਾਹਮਣੇ ਖੁੱਲੇ ਨੇ, ਉਹ ਆਪਣੀ ਜ਼ਿੰਦਗੀ 'ਚ ਕਿਸ ਪਾਸੇ ਜਾਣਾ ਚਾਹੁੰਦਾ ਹੈ। ਪਰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਅਸੀਂ ਇੱਕ ਸਫ਼ਰ, ਇੱਕ ਮਾਰਗ ਤੇ ਤੁਰੇ ਤੇ ਇੱਕ ਐਸੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਏ ਜਿਹਨੇ ਸਭ ਕੁਝ ਬਦਲ ਦਿੱਤਾ। ਉਹ ਸ਼ਬਦ ਬੜੇ ਕਮਾਲ ਦਾ ਹੈ, ਬਨਾਰਸੀ ਬੋਲੀ ਦਾ ਸ਼ਬਦ ਹੈ। ਭਗਤ ਜੀ ਕਹਿੰਦੇ ਨੇ, ਭਲੀ ਸਰੀ ਚੰਗਾ ਹੋਇਆ ਮੁਈ ਮੇਰੀ ਪਹਿਲੀ ਬਰੀ ਮਰ ਗਈ, ਜਿਹੜੀ ਮੈਂ ਪਹਿਲਾਂ ਧਾਰਨ ਕੀਤੀ ਸੀ, ਭਾਵ ਪਹਿਲਾਂ ਵਰੀ ਸੀ, ਵਿਆਹੀ ਸੀ, ਭਾਵ ਜਿਹੜੀ ਮੱਤ ਮੈਂ ਆਪਣੇ ਜੀਵਨ ਵਿੱਚ ਪਹਿਲਾਂ ਸਵਕਾਰੀ ਸੀ, ਚੰਗਾ ਹੋਇਆ ਚਲੀ ਗਈ। ਭਾਵ ਆਪਣੀ ਹੋਂਦ ਖਤਮ ਹੋ ਗਈ, ਰੱਬ ਜੀ ਦੀ ਹੋਂਦ ਨੂੰ ਹੁਣ ਜੀਵਨ ਵਿੱਚ ਸਵਕਾਰ ਲਿਆ। ਜੁਗ ਜੁਗ ਜੀਵੋ ਮੇਰੇ ਅਬ ਕੀ ਤਰੀ, ਚੰਗਾ ਮੈਂ ਅਸੀਸਾਂ ਦਿਨਾਂ ਵੀ ਜਿਹੜੀ ਮੈਂ ਹੁਣ ਧਾਰਨ ਕੀਤੀ ਹੈ, ਚੰਗੀ ਦਇਆ ਪਿਆਰ ਸਨੇਹ ਰੱਬੀ ਭਉ ਵਾਲੀ, ਪਰਉਪਕਾਰ ਕਰਨ ਵਾਲੀ, ਲੋਕਾਂ ਦੇ ਨਾਲ ਕੁਦਰਤ ਦੇ ਨਾਲ ਪਿਆਰ ਕਰਨ ਵਾਲੀ, ਮਹਿਸੂਸ ਕਰਨ ਵਾਲੀ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਚੰਗਾ ਹੋਇਆ ਜਿਹੜੀ ਭੈੜੀ ਸੀ ਉਹ ਚਲੀ ਗਈ, ਬਹੁਤ ਸੋਹਣਾ ਹੋਇਆ ਹੁਣ ਜਿਹੜੀ ਚੰਗੀ ਹੈ ਉਹ ਮੇਰੇ ਜੀਵਨ ਦਾ ਹਿੱਸਾ ਹੈ। ਤੇ ਉਸ ਵਾਸਤੇ ਮੈਂ ਅਸੀਸਾਂ ਦੇ ਰਿਹਾ ਹਾਂ, ਉਸ ਵਾਸਤੇ ਮੈਂ ਬਾਰ-ਬਾਰ ਆਪਣੇ ਦਿਲ ਤੋਂ ਦੁਆਵਾਂ ਕੱਢਦਾ ਹਾਂ ਕਿ ਇਹ ਜੁਗਾਂ ਜੁਗਾਂ ਤੱਕ ਜੀਵੇ, ਕਿਉਂਕਿ ਇਸ ਦੀ ਮੈਨੂੰ ਲੋੜ ਹੈ। ਇਹ ਮੱਤ ਜਿੱਥੇ ਵੀ ਲੈ ਕੇ ਮੈਂ ਚੱਲਦਾ ਮੈਨੂੰ ਇੱਜ਼ਤ ਮਾਣ ਤੇ ਸਤਿਕਾਰ ਮਿਲਦਾ। ਬਾਬਾ ਜੀ ਨੇ ਪਹਿਲੇ ਬਚਨਾਂ 'ਚ ਕਿਹਾ, ਪਹਿਲੀ ਕਰੂਪ ਕੁਜਾਤ ਕੁਲਖਣੀ ਸਸੁਰੇ ਪਈਏ ਬੁਰੀ, ਅਬ ਕੀ ਸਰੂਪ ਸੁਜਾਨ ਸੁਲਖਣੀ ਸਹਿਜੇ ਉਦਰ ਧਰੀ। ਪਹਿਲੀ ਆਪਣੀ ਮੱਤ ਸੀ, ਭੈੜੀ ਮੱਤ ਸੀ, ਭੈੜੀ ਬਿਰਤੀ ਸੀ, ਤੇ ਉਸ ਭੈੜੀ ਮੱਤ ਤੇ ਭੈੜੀ ਬਿਰਤੀ ਦਾ ਸਦਕਾ ਜੀਵਨ ਦੇ ਅੰਦਰ ਹਮੇਸ਼ਾ ਭੈੜਾਪਨ ਸਿਰਜਿਆ ਗਿਆ, ਹਮੇਸ਼ਾ ਭੈੜਾਪਨ ਆਇਆ। ਉਹ ਕਰੂਪ ਸੀ, ਉਹ ਆਪਣੇ ਥਾਂ ਤੇ ਨਹੀਂ ਸੀ ਖੜਦੀ, ਉਹ ਨਾ ਦੁਨੀਆ ਵਾਸਤੇ ਹੋਈ, ਨਾ ਪਰਮਾਤਮਾ ਮਾਲਕ ਦੀ ਬਣ ਪਾਈ, ਭਾਵ ਨਾ ਉਹਨੇ ਪੇਕੇ ਘਰ ਜੋਗਾ ਰਹਿਣ ਦਿੱਤਾ ਤੇ ਨਾ ਸਹੁਰੇ ਘਰ ਜੋਗਾ। ਪਰ ਹੁਣ ਜਿਹੜੀ ਗੁਰੂ ਦੀ ਸਿਆਣੀ ਮੱਤ ਹੈ, ਗੁਰੂ ਵੱਲੋਂ ਸਿਰਜੀ ਹੋਈ ਜਿਹੜੀ ਬਿਰਤੀ ਹੈ, ਉਸ ਬਿਰਤੀ ਨੇ ਪਵਿੱਤਰ ਕਰ ਦਿੱਤਾ, ਸੋਹਣਾ ਬਣਾ ਦਿੱਤਾ। ਹੁਣ ਉਹਨੂੰ ਸਹਿਜੇ ਹੀ ਆਪਣੇ ਹਿਰਦੇ 'ਚ ਧਾਰਨ ਕਰ ਲਿਆ। ਤੇ ਉਸ ਨਾਲ ਹੋਇਆ ਕਿ ਕਹੋ ਕਬੀਰ ਜਬ ਲਹੁਰੀ ਆਈ, ਬਾਬਾ ਕਬੀਰ ਸਾਹਿਬ ਕਹਿੰਦੇ ਨੇ ਜਦੋਂ ਮੇਰੇ ਜੀਵਨ ਵਿੱਚ ਨਿਮਰਤਾ ਨੇ ਆ ਕੇ ਟਿਕਾਣਾ ਕੀਤਾ, ਬੜੀ ਕਾ ਸੁਹਾਗ ਟਰਿਓ, ਅਹੰਕਾਰ ਉਡਾਰੀ ਮਾਰ ਗਿਆ।
ਬਾਬਾ ਕਬੀਰ ਸਾਹਿਬ ਦੇ ਇਹਨਾਂ ਕਥਨਾਂ ਨੂੰ ਜਦੋਂ ਅਸੀਂ ਬਾਣੀ 'ਚ ਦੇਖਾਂਗੇ, ਸੁਭਾਵਕ ਹੈ ਨਿਮਰਤਾ ਜੀਵਨ ਦਾ ਉਹ ਗਹਿਣਾ ਹੈ, ਉਹ ਹਥਿਆਰ ਹੈ ਜਿਸ ਨਾਲ ਇਨਸਾਨ ਵੱਡੀ ਤੋਂ ਵੱਡੀ ਤਾਕਤ ਨੂੰ ਜਿੱਤਣ ਦੀ ਸਮਰੱਥਾ ਰੱਖਦਾ ਹੈ। ਦੋ ਚੀਜ਼ਾਂ ਨੇ, ਇਨਸਾਨ ਦਾ ਨਿਮਰ ਰਹਿਣਾ ਅਤ ਜ਼ਰੂਰੀ ਹੈ, ਪਰ ਗੁਰਮਤਿ ਵਿੱਚ ਗੁਰੂ ਸਾਹਿਬ ਜੀ ਨੇ ਅਣਖ ਦਾ ਵੀ ਜ਼ਿਕਰ ਕੀਤਾ ਹੈ। ਅਸਲ ਵਿੱਚ ਅਣਖ ਮਾਰ ਕੇ ਨਿਮਰਤਾ ਵਾਲੀ ਆਪਣੀ ਜ਼ਿੰਦਗੀ 'ਚ ਅਤ ਨੀਵੇਂ ਹੋਣ ਵਾਲੀ ਬਿਰਤੀ ਚਾਪਲੂਸੀ ਨੂੰ ਜਨਮ ਦਿੰਦੀ ਹੈ। ਗੁਰੂ ਸਾਹਿਬ ਜੀ ਨੇ ਕਿਹਾ ਨਿਮਰਤਾ ਰੱਖ, ਨਿਮਰ ਸੁਭਾਅ ਵਿੱਚ ਸਫ਼ਰ ਕਰ, ਪਰ ਇਸ ਗੱਲ ਦਾ ਖਿਆਲ ਰੱਖੀ ਤੇਰੀ ਆਪਣੀ ਅਣਖ ਵੀ ਬਰਕਰਾਰ ਰਹਿਣੀ ਚਾਹੀਦੀ। ਉਹ ਨਿਮਰਤਾ ਨਹੀਂ ਆਖੀ ਜਾ ਸਕਦੀ ਵੀ ਸੰਸਾਰ ਅੰਦਰ ਕੋਈ ਇਨਸਾਨ ਅਤ ਦਾ ਤੈਨੂੰ ਜਲੀਲ ਕਰੀ ਜਾਵੇ ਤੇ ਤੂੰ ਮਹਿਸੂਸ ਕਰੇ ਵੀ ਆਪਣੀ ਜ਼ਿੰਦਗੀ 'ਚ ਬਾਰ-ਬਾਰ ਜਲੀਲ ਹੋਈ ਜਾਵਾਂ। नहीं, जे जीवे पत लथी जाए सब हराम जेता खश खाए। निम्रता का मूल रूप यह है कि कोई इंसान अपने अंदर उस अणख नूं हमेशा कायम रखे जिस नाल उसका स्वैमान बहाल रहे, पर दूसरे रूप च इस गल नूं भी महसूस करना है, इस विचार नूं भी समझना है ते इस पक्ष ते भी हमेशा ख्याल च रखना है भी अपने आप नूं जताउणा भी नहीं, क्योंकि गुरु ग्रंथ साहिब दी बाणी कहंदी है इस संसार दी हर ताकत ते उस परमात्मा मालिक दा हथ है। तू अपनी जिंदगी च अहंकारी बन के सफर नहीं करदा, पर अणख दा विषय भी धार्मिक है, ओनू भी इंसान ने समझना है। गुरु साहिब जी दी बाणी च बाबा जी ने कहा, कह कबीर जब लहरी आई बड़ी का सुहाग डरियो, लहरी संग भई अब मेरे। जदों दी निम्रता आई है अहंकार चला गया। हुण मैं अहंकार वालियां ईगो वालियां गल्लां नहीं करदा। हुण मैनू महसूस हुंदा है भी इस संसार अंदर जे परमात्मा ने मैनू ताकत दिती है ते सिर्फ ये ताकत मेरी नहीं, मेरे तो बहुत वड्डे ताकतवर समर्था वाले इस दुनिया च बैठे ने। ये इंसान दे जीवन दा एक ऐसा वैपन हथियार है निम्रता, जिन्हों गुरु साहब ने कहा गरीबी गदा हमारी खन्ना सगल रेन शारी, इस आज्ञा को ना टिका विकारी। निम्रता मेरे जीवन का गदा, पुराने समय च वरतिया जान वाला हथियार जिन्हों पंजाबी च गुरज कहा जाता है। गुरु साहब जी ने कहा निम्रता वैपन है। बाबा फरीद साहब भी कहते हैं निमन सो अखर खवन गुण जिहबा मणिया मंत, ए त्रै भैणे बेस कर तां वस आवी कंत। ते निम्रता दा एक दूजा रूप भी है, मद होंदी होए ए आना, तान होंदा होए नताना, अन होंदे आप वंडाए को ऐसा भगत सदाए। निम्रता दा एक श्रेष्ठ रूप यह भी है, एक फिक्का ना गलाए सबना मैं सच्चा धनी, हियाओ ना कही ठा मानक सब अमोल वे। उस रूप नूं इंसान ने समझना है। बाबा कबीर साहब कहते ने जीवन की तरक्की कह लो, श्रेष्ठता कह लो, जीवन की ये मजबूती कह लो, जदों दे निम्र सुभाव दे मालिक बने आ, अहंकार उडारी मार गया ते उस नाल हासिल की होया जे लहरी संग भई अब मेरे। निम्रता हमेशा मेरे नाल सफर करती है, हलीमी च तुरदे हां इज्जत पत मिलती है। बाणी पढ़ांगे, गुरु साहब जी ने बाणी च बार बार कहा इंसान गुणां दा ग्राहक बने, पवित्रता नूं लैके सफर करे, मिठ बोलड़ा सुभाव ते अंदर मन करके शीतलता ठंडक जीवन दा हिस्सा बन जाए। जिथे भी सफर करेगा गुण इज्जत दिंदे ने। शरीर ते पाया होया कपड़ा इंसान दी जिंदगी दे अंदर तन ढकदे ते ढकिया होया तन इज्जत दा प्रतीक है। गुरु ग्रंथ साहिब जी दी बाणी ने कहा तन सिर्फ शरीर दी सीमा ते संसारक पेशकारी दा रूप है, पर जिस इंसान दे अंदर गुण है भावें वो तन ते पाटे कपड़े पा के फिरदे, गुण उन्होंने हमेशा लिए अमर कर देंदे। इस करके ये गुण रब जी दी बख्शिश ने। असीं जपजी साहिब विच पढ़दे हां करमी आवे कपड़ा नदरी मोग दुआर, इज्जत बख्शिश नाल मिलदी है। बख्शिश तां हुंदी है जे गुण इंसान अपने अंदर पैदा करे। गुण पैदा करने वास्ते संघर्ष करना पैंदा है। संघर्ष दी शुरुआत चंगे ख्यालां तो है ते चंगे ख्यालां दी सिरजना उदों हुंदी है जदों इंसान चंगियां कोल बैठे, चंगा साहित्य पढ़े, चंगा समझे, चंगा परखे, चंगा सुने, चंगा अपनी जिंदगी च धारण करे। इस करके सब तो पहली गल मेरा बाबा कहंदा है अपने अंदर पढ़न ते सुनन दी ऐसी आदत पा जिस नाल चंगे ख्यालां दी सिरजना हो सके, जो तेनू रब दा रूप बना देगा। बाबा कबीर साहब ने अखीर किया इस स्पष्टता वाली गल है, निम्रता नाल सफर कर। निम्र
ਨਿਮਰਤਾ ਜੀਵਨ ਨੂੰ ਸੁਚੇਤ, ਮਜ਼ਬੂਤ ਤੇ ਮੁਕੰਮਲ ਕਰੇਗੀ। ਤੇ ਸਭ ਤੋਂ ਵੱਡੀ ਗੱਲ ਬਾਬਾ ਜੀ ਕਹਿੰਦੇ ਨੇ, ਜਦੋਂ ਦਾ ਜੀਵਨ ਵਿੱਚ ਨਿਮਰ ਸੁਭਾਅ ਆਇਆ, ਉਹ ਅਹੰਕਾਰ ਵਾਸਤੇ ਕੋਈ ਥਾਂ ਨਹੀਂ। ਅਸੀਂ ਆਜ਼ਾਦ ਪੰਛੀ ਵਾਂਗੂ ਉਡਾਰੀ ਮਾਰਦੇ ਹਾਂ ਤੇ ਉਸ ਪਰਮਾਤਮਾ ਦੀ ਬਣਤਰ ਦਾ ਹਿੱਸਾ ਬਣ ਕੇ ਰੱਬ ਜੀ ਦੇ ਕੀਤੇ ਨੂੰ ਤੇਰਾ ਕੀਆ ਮੀਠਾ ਲੱਗੈ, ਹਰਨਾਮ ਪਦਾਰਥ ਨਾਨਕ ਮੰਗੇ ਦੀ ਬਣਤਰ ਵਿੱਚ ਸਮਝਦੇ ਤੇ ਮਹਿਸੂਸ ਕਰਦੇ। ਸੱਚੇ ਪਾਤਸ਼ਾਹ ਸਾਡੇ ਸਭ ਤੇ ਕਿਰਪਾ ਕਰਨ। ਸਭ ਤੋਂ ਪਹਿਲਾ ਪੱਖ ਇੱਕ ਦੀ ਹੋਂਦ ਨੂੰ ਸਵਕਾਰੀਏ, ਇਤਿਹਾਸ ਅਤੇ ਗੁਰਬਾਣੀ ਦੇ ਉਹਨਾਂ ਮਹਾਨ ਯੋਧਿਆਂ ਦੀ ਮਹਾਨ ਵਿਚਾਰਧਾਰਾ ਨੂੰ ਜੀਵਨ ਵਿੱਚ ਸਮਝੀਏ, ਪਰਖੀਏ, ਤਾਂ ਕਿ ਇਹ ਢਾਂਚਾ ਹਰ ਹਾਲਾਤ ਵਿੱਚ ਮਜ਼ਬੂਤ ਰਵੇ। ਤੇ ਸਭ ਤੋਂ ਵੱਡੀ ਗੱਲ, ਉਸ ਇੱਕ ਦੀ ਬਖਸ਼ਿਸ਼ ਦੇ ਨਾਲ ਸਫ਼ਰ ਕਰਨ ਦੀ ਆਦਤ ਪਾਈਏ, ਤਾਂ ਹੀ ਜੀਵਨ ਮਜ਼ਬੂਤ ਮੁਕੰਮਲ ਬਣੇਗਾ। ਸੱਚੇ ਪਾਤਸ਼ਾਹ ਕਿਰਪਾ ਕਰਨ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ਾਂ ਵਿਦੇਸ਼ਾਂ ਦੀ ਸਾਰੀ ਸੰਗਤ ਜਿਹੜੀ ਇਸ ਕੀਰਤਨ ਦਾ ਆਨੰਦ ਮਾਣ ਰਹੀ ਹੈ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਬਹੁਤ ਹੀ ਵਡਮੁੱਲੇ ਵਿਚਾਰ ਸਾਡੇ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਨੇ ਰੱਖੇ ਹਨ। ਬਹੁਤ ਹੀ ਵਧੀਆ ਸੁਨੇਹਾ ਵੀ ਉਹਨਾਂ ਨੇ ਦਿੱਤਾ ਹੈ ਗੁਰਬਾਣੀ ਪ੍ਰਮਾਣ ਦੇ ਕੇ। ਹੁਣ ਸਾਡੇ ਕੋਲ ਇਸ ਵੇਲੇ ਪਹੁੰਚ ਚੁੱਕੇ ਹਨ ਭਾਈ ਸਾਹਿਬ ਭਾਈ ਨਾਜਰ ਸਿੰਘ ਜੀ ਦਾ ਕੀਰਤਨੀ ਜੱਥਾ, ਜਿਹੜੇ ਕਿ ਬਿਲਾਸਪੁਰ ਵਾਲੇ ਹਨ। ਬਹੁਤ ਹੀ ਗੁਰੂ ਸਾਹਿਬ ਦੀ ਉਹਨਾਂ ਤੇ ਅਪਾਰ ਬਖਸ਼ਿਸ਼ ਹੈ। ਉਹ ਆਪ ਜੀ ਨੂੰ ਦੋ ਸ਼ਬਦ